प्यारे बच्चों, ਅੱਜ ਆਪਾਂ ਕਰਨ ਜਾ ਰਹੇ ਹਾਂ ਨਾਗਰਿਕ ਸ਼ਾਸਤਰ ਦਾ ਦੂਜਾ ਪਾਠ, ਜਿਹੜਾ ਕਿ ਤੁਹਾਡੀ ਪੁਸਤਕ ਵਿੱਚ ਪਾਠ ਨੰਬਰ 11 ਵਜੋਂ ਦਰਜ ਹੈ, ਕੇਂਦਰੀ ਸਰਕਾਰ। ਸੋ ਅੱਜ ਦਾ ਆਪਣਾ ਵਿਸ਼ਾ ਹੈ ਕੇਂਦਰੀ ਸਰਕਾਰ। ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਕਿਸੇ ਵੀ ਸਰਕਾਰ ਕਿਸੇ ਵੀ ਦੇਸ਼ ਦਾ ਸ਼ਾਸਨ ਜਿਹੜਾ ਹੈ ਉਸਦੀ ਸਰਕਾਰ ਚਲਾਉਂਦੀ ਹੈ। ਔਰ ਇਹ ਸਰਕਾਰ ਕੀ ਹੁੰਦੀ ਹੈ? ਇਹ ਕੋਈ ਇੱਕ ਜਾਂ ਦੋ ਬੰਦਿਆਂ ਦਾ ਗਰੁੱਪ ਨਹੀਂ ਹੁੰਦਾ ਜਾਂ ਇੱਕ ਦੋ ਪਾਰਟੀਆਂ ਦਾ ਗਰੁੱਪ ਨਹੀਂ ਹੁੰਦਾ, ਬਲਕਿ ਇੱਕ ਲੜੀ ਬਣਾਈ ਗਈ ਹੁੰਦੀ ਹੈ, ਇੱਕ ਪ੍ਰੋਪਰ ਪ੍ਰੋਸੀਜਰ ਬਣਾਇਆ ਗਿਆ ਹੁੰਦਾ ਜਿਸ ਦੇ ਅਕੋਰਡਿੰਗਲੀ ਜਿਹੜੀ ਹੈ ਸਰਕਾਰ ਕੰਮ ਕਰਦੀ ਹੈ। ਸੋ ਜਿਹੜੀ ਸਰਕਾਰ ਆਪਣੇ ਭਾਰਤ ਵਿੱਚ ਜਿਹੜੀ ਸਰਕਾਰ ਹੈ ਉਸ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਸ਼ਕਤੀਆਂ ਦੀ ਵੰਡ ਜਿਹੜੀ ਹੈ ਉਹ ਮੇਨ ਦੋ ਪੱਧਰਾਂ 'ਤੇ, ਦੋ ਲੈਵਲਸ 'ਤੇ ਕੀਤੀ ਗਈ ਹੈ। ਪਹਿਲਾ ਹੈ ਕੇਂਦਰੀ ਲੈਵਲ, ਦੂਸਰਾ ਹੈ ਰਾਜ ਸਰਕਾਰ ਦਾ ਲੈਵਲ। ਕੇਂਦਰੀ ਸਰਕਾਰ ਉਹ ਸਰਕਾਰ ਹੈ ਜਿਹੜੀ ਪੂਰੇ ਦੇਸ਼ ਦੇ ਸ਼ਾਸਨ ਨੂੰ ਚਲਾਉਂਦੀ ਹੈ। ਇਟ ਮੀਨਸ ਕਿ ਇਟ ਵਰਕਸ ਫॉर ਦ ਐਂਟਾਇਰ ਨੇਸ਼ਨ। ਇਹ ਪੂਰੇ ਦੇਸ਼ ਦੇ ਲਈ ਕੰਮ ਕਰਦੀ ਹੈ। ਜਿਵੇਂ ਕਿ ਆਪਾਂ ਕਹਿੰਦੇ ਹਾਂ ਕਿ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਨਰਿੰਦਰ ਮੋਦੀ ਜੀ ਆਪਣੇ ਜਿਹੜੇ ਹੈਗੇ ਨੇ ਉਹ ਐਟ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਨੇ, ਤਾਂ ਉਹ ਸਿਰਫ ਇੱਕ ਰਾਜ ਜਾਂ ਦੋ ਰਾਜਾਂ ਨੂੰ ਨਹੀਂ ਚਲਾ ਰਹੇ, ਬਲਕਿ ਉਹ ਪੂਰੇ ਦੇਸ਼ ਦਾ ਸ਼ਾਸਨ ਚਲਾ ਰਹੇ ਨੇ। ਇਟ ਮੀਨਸ ਉਹ ਕੇਂਦਰੀ ਸਰਕਾਰ ਦੇ ਲੈਵਲ 'ਤੇ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਰਾਜ ਲੈਵਲ 'ਤੇ, ਸਟੇਟ ਲੈਵਲਸ 'ਤੇ ਵੀ ਆਪਣੀ ਸਰਕਾਰਾਂ ਹੁੰਦੀਆਂ ਨੇ, ਬਟ ਉਹ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਸਿਰਫ ਰਾਜ ਲਈ, ਆਪਣੇ ਰਾਜ ਲਈ, ਆਪਣੇ ਸਟੇਟ ਲਈ ਕੰਮ ਕਰਦੀਆਂ ਨੇ। ਜਿਵੇਂ ਕਿ ਕੈਪਟਨ ਅਮਰਿੰਦਰ ਆਪਣੇ CM ਨੇ, ਚੀਫ ਮਿਨਿਸਟਰ ਨੇ, ਆਪਣੇ ਮੁੱਖ ਮੰਤਰੀ ਨੇ, ਤਾਂ ਉਹ ਸਿਰਫ ਪੰਜਾਬ ਲਈ ਕੰਮ ਕਰਦੇ ਨੇ, ਕਿਸੇ ਹੋਰ ਸਟੇਟ ਲਈ ਨਹੀਂ। ਬਟ ਇਹਨਾਂ ਸਾਰੇ ਰਾਜ ਸਰਕਾਰਾਂ ਦਾ ਜਿਹੜਾ ਨਿਯੰਤਰਣ ਹੈ ਉਹ ਐਂਡ ਵਿੱਚ ਆ ਕੇ ਕੇਂਦਰੀ ਸਰਕਾਰ ਕੋਲ ਹੁੰਦਾ ਹੈ। ਦੈਟ ਮੀਨਸ ਕੇਂਦਰੀ ਸਰਕਾਰ ਜਿਹੜੀ ਹੈ ਇਜ਼ ਦ ਮੋਸਟ ਪਾਵਰਫੁਲ ਗਵਰਨਮੈਂਟ ਆਫ ਆਵਰ ਕੰਟਰੀ। ਇਹ ਸਭ ਤੋਂ ਸ਼ਕਤੀਸ਼ਾਲੀ ਸਰਕਾਰ ਹੁੰਦੀ ਹੈ ਕਿਉਂਕਿ ਇਹ ਪੂਰੇ ਦੇਸ਼ ਦੇ ਪ੍ਰਸ਼ਾਸਨ ਨੂੰ ਚਲਾਉਂਦੀ ਹੈ। ਸੋ ਆਓ ਬੇਟਾ ਅੱਗੇ ਦੇਖੀਏ। ਸੋ ਇੰਨਾ ਹੁਣ ਤੁਹਾਨੂੰ ਸਮਝ ਆਈ ਗਈ ਹੋਏਗੀ ਕਿ ਜਿਹੜੀ ਆਪਣੀ ਕੇਂਦਰੀ ਸਰਕਾਰ ਹੈ ਉਹ ਕੇਂਦਰ ਲੈਵਲ 'ਤੇ, ਮਤਲਬ ਪੂਰੇ ਨੈਸ਼ਨਲ ਲੈਵਲ 'ਤੇ ਕੰਮ ਕਰਦੀ ਹੈ। ਔਰ ਆਪਣੇ ਸੰਵਿਧਾਨ ਦੇ ਵਿੱਚ ਵੀ ਜਿਹੜੀ ਹੈ ਭਾਰਤ ਨੂੰ ਸੰਸਦੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਜਿਹੜੀ ਹੈ ਭਾਰਤ ਵਿੱਚੋਂ ਕੀਤੀ ਗਈ ਹੈ। ਇਟ ਮੀਨਸ ਕਿ ਇੱਕ ਸੰਸਦ ਬਣਾਈ ਗਈ ਹੈ ਜਿਹੜੀ ਕਿ ਲੋਕਤੰਤਰੀ ਰੂਪ ਦੇ ਵਿੱਚ ਕੰਮ ਕਰਦੀ ਹੈ, ਉਸਨੂੰ ਚੁਣਿਆ ਜਾਂਦਾ ਹੈ ਅਤੇ ਫਿਰ ਉਹ ਕਿਵੇਂ ਕੰਮ ਕਰਦੀ ਹੈ ਇਸ ਨੂੰ ਆਪਾਂ ਇਸ ਪਾਠ ਵਿੱਚ ਦੇਖਾਂਗੇ। ਔਰ ਰਾਸ਼ਟਰਪਤੀ ਜਿਹੜਾ ਹੈ ਇੱਥੋਂ ਦਾ ਸਿਰਫ ਨਾਮਾਤਰ ਮੁਖੀ ਹੈ। ਉਹ ਸਿਰਫ ਕਹਿ ਲਓ ਕਿ ਕਾਗਜ਼ਾਂ ਵਿੱਚ ਹੀ ਸਿਰਫ ਜਿਹੜਾ ਹੈ ਉਹ ਮੁਖੀ ਹੈ। ਅਸਲ ਵਿੱਚ ਜਿਹੜੀ ਸਾਰੀ ਸ਼ਕਤੀਆਂ ਹੁੰਦੀਆਂ ਨੇ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਕੋਲ ਹੁੰਦੀਆਂ ਨੇ। ਸਾਰੀ ਜਿਹੜੀ ਅਸਲੀ ਮੁਖੀ ਹੈ, ਕਾਰਜ ਮੁਖੀ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਹੈ। ਔਰ ਕੇਂਦਰੀ ਸਰਕਾਰ ਸਭ ਤੋਂ ਸ਼ਕਤੀਸ਼ਾਲੀ ਸਰਕਾਰ ਹੈ। ਕਈ ਦੇਸ਼ਾਂ ਦੇ ਵਿੱਚ ਇੱਦਾਂ ਹੈ ਕਿ ਰਾਜ ਸਰਕਾਰਾਂ ਨੂੰ ਵੀ ਕੇਂਦਰ ਸਰਕਾਰਾਂ ਦੇ ਬਰਾਬਰ ਰੱਖਿਆ ਗਿਆ ਜਾਂ ਰਾਜ ਸਰਕਾਰਾਂ ਨੂੰ ਵੱਧ ਪਾਵਰ ਦਿੱਤੀ ਗਈ ਹੈ, ਜਿਵੇਂ ਕਿ USA ਹੈ, ਅਮਰੀਕਾ ਹੈ। ਬਟ ਕਿਉਂਕਿ ਆਪਾਂ ਨੇ ਭਾਰਤ ਨੂੰ ਜੋੜ ਕੇ ਰੱਖਣਾ, ਯੂਨਿਟੀ ਜ਼ਰੂਰੀ ਹੈ ਆਪਣੇ ਭਾਰਤ ਵਿੱਚ ਕਿਉਂਕਿ ਡਾਇਵਰਸਿਟੀ ਬਹੁਤ ਜ਼ਿਆਦਾ ਹੈ। ਇਸ ਵਜ੍ਹਾ ਦੇ ਨਾਲ ਕੇਂਦਰੀ ਸਰਕਾਰ ਨੂੰ ਸ਼ਕਤੀਸ਼ਾਲੀ ਬਣਾਇਆ ਗਿਆ ਹੈ ਤਾਂ ਕਿ ਪੂਰਾ ਦੇਸ਼ ਜਿਹੜਾ ਹੈ ਉਹ ਇਕਜੁੱਟ ਹੋ ਕੇ ਜੁੜਿਆ ਰਹੇ ਅਤੇ ਕੋਈ ਵੀ ਰਾਜ ਸਰਕਾਰ ਆਪਣੀ ਮਨਮਾਨੀ ਨਾ ਕਰ ਸਕੇ। ਸੋ ਬੱਚਿਓ, ਇਹ ਜਿਹੜੀ ਕੇਂਦਰੀ ਸਰਕਾਰ ਹੈ ਇਸ ਦੇ 3 ਮੁੱਖ ਅੰਗ ਨੇ। ਆਓ ਦੇਖੀਏ ਕਿਹੜੇ। ਪਹਿਲਾ ਹੈ ਬੇਟੇ ਵਿਧਾਨ ਪਾਲਿਕਾ, ਜਿਸ ਨੂੰ ਕਿ ਸੰਸਦ ਵੀ ਕਹਿ ਦਿੰਦੇ ਆ। ਸੰਸਦ ਜਿਹੜੀ ਹੈ ਇਹ ਅੱਗੋਂ 2 ਹਿੱਸਿਆਂ ਵਿੱਚ ਵੰਡੀ ਹੋਈ ਹੈ, ਲੋਕ ਸਭਾ ਅਤੇ ਰਾਜ ਸਭਾ। 2 ਸਦਨ ਬਣਾਏ ਗਏ ਨੇ, ਉੱਪਰਲਾ ਸਦਨ ਤੇ ਹੇਠਲਾ ਸਦਨ। ਲੋਕ ਸਭਾ ਜਿਹੜਾ ਹੈ ਉਹ ਆਪਣਾ ਹੇਠਲਾ ਸਦਨ ਹੈ ਅਤੇ ਰਾਜ ਸਭਾ ਜਿਹੜਾ ਹੈ ਇਹ ਆਪਣਾ ਉੱਪਰਲਾ ਸਦਨ ਹੈ। ਇਹਨਾਂ ਬਾਰੇ ਮੈਂ ਵਿਸਥਾਰ ਵਿੱਚ ਤੁਹਾਨੂੰ ਹੁਣੇ ਦੱਸਦੀ ਹਾਂ। ਕਾਰਜਪਾਲਿਕਾ ਜਿਹੜੀ ਹੈ ਇਹਦੇ ਅੰਦਰ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ ਪਰਿਸ਼ਦ ਇਹ ਸਭ ਆ ਜਾਂਦੇ ਨੇ। ਥਰਡ ਜਿਹੜਾ ਅੰਗ ਹੈ ਉਹ ਹੈ ਨਿਆਂਪਾਲਿਕਾ ਵਿੱਚ ਕੋਰਟਸ, ਜੁਡੀਸ਼ਰੀ ਸਿਸਟਮ ਆ ਜਾਂਦਾ ਹੈ। ਸੁਪਰੀਮ ਕੋਰਟ, ਹਾਈ ਕੋਰਟ ਤੇ ਨੀਚੇ ਵਾਲੀਆਂ ਡਿਸਟ੍ਰਿਕਟ ਜਾਂ ਸੈਸ਼ਨ ਕੋਰਟਸ ਜਿਹੜੀਆਂ ਨੇ ਉਹ ਨਿਆਂਪਾਲਿਕਾ ਦੇ ਅੰਦਰ ਆ ਜਾਂਦੀਆਂ ਨੇ। ਸੋ ਬੱਚੇ, ਜਿਹੜਾ ਵਿਧਾਨਪਾਲਿਕਾ ਹੈ, ਯਾਦ ਰੱਖਣਾ ਕਿ ਵਿਧਾਨਪਾਲਿਕਾ ਦਾ ਮੁੱਖ ਕੰਮ ਹੈ ਕਾਨੂੰਨ ਬਣਾਉਣਾ ਔਰ ਕਾਰਜਪਾਲਿਕਾ ਦਾ ਮੁੱਖ ਕੰਮ ਹੈ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ। ਔਰ ਨਿਆਂਪਾਲਿਕਾ ਦਾ ਮੁੱਖ ਕੰਮ ਹੈ ਕਿ ਇਹਨਾਂ ਕਾਨੂੰਨਾਂ ਦੀ ਰੱਖਿਆ ਕਰਨਾ, ਕਿ ਜੇ ਕੋਈ ਇਹਨਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ ਬਣਦੀ ਹੋਈ ਸਜ਼ਾ ਵੀ ਦਿੱਤੀ ਜਾ ਸਕੇ। ਸੋ ਆਓ ਹੁਣ ਆਪਾਂ ਇਹਨਾਂ ਨੂੰ ਡਿਟੇਲ ਵਿੱਚ ਕਰਦੇ ਹਾਂ। ਸੋ ਫਸਟ ਇਜ਼ ਕਿ ਸੰਸਦ ਦਾ ਸੰਗਠਨ ਕਿਵੇਂ ਹੁੰਦਾ ਹੈ।
तुहानूं मैं पहले ही दस चुकी हाँ बेटे दे दो सदन ने, लोक सभा ते राज सभा। राज सभा है उपरला सदन, लोक सभा नूं हेठला सदन कहा जाता है। आओ सब तो पहले आपां देखते हैं लोक सभा बारे। लोक सभा अपना हेठला सदन है और इसका मैंबर बनने के लिए की योग्यतावां ने नोट कर लैणियां बेटा सारिਆਂ ने। इसका मैंबर बनने के लिए व्यक्ति नूं भारत का नागरिक होना बहुत जरूरी है। सैकेंडली वो किसी लाभकारी सरकारी पद पर नौकरी ना करता होवे। 25 साल तो वध उसकी उम्र होनी चाहिए है। 25 साल तो घट वाला इसका मैंबर नहीं बन सकता और उसकी नागरिकता ते उसने कोई क्राइम या ऐसा कोई एक्ट ना किया गया होवे जिस वजह के नाल उसकी नागरिकता ते रोक लगाई गई होवे। सो उसकी नागरिकता ते रोक नहीं लगी होनी चाहिए। और बेटे की रचना बारे मैं दस देवां। कुल जिहड़े मैंबर ने 550 मैंबर ने जिहड़े लोक सभा के हो सकते हैं, जिहदे विच 530 ने जिहड़े राज्यां चों चुने जाते हैं और जिहड़े 20 ने केंद्र शासित प्रदेशों तो चुने जाते हैं। और दो जिहड़े मैंबर ने एंग्लो इंडियन होंदे ने। एंग्लो इंडियन मीनस कि जिहड़े जिन्हां दा ओरिजिन इंडियन होवे अपने भारतीय होण पर हुण जिहड़े ने NRI ने, मतलब कि बाहरले देशों में जाके वस चुके हुए हैं। दो ऐसे मैंबरस भी जिहड़े ने अपॉइंट किए जाते हैं। और जिहड़े मैंबरां दी चोण है सीधी चोण प्रणाली के द्वारा होंदी है। तुसीं बेटा सुनिया होना कि हुण MPs की इलैक्शन हो रही है। MPs मीनस मैंबर ऑफ पार्लीमेंट और संसद नूं इंग्लिश विच आपां पार्लीमेंट ही कहने आ। सो इट मीनस जिहड़ा MP है वो सीधा सीधा संसद का मैंबर है। इट मीनस कि वो लोक सभा का मैंबर होएगा। और सीधी चोण प्रणाली मीनस कि आपां जिहड़े बालग हैगे ने, क्योंकि अपने देश में बालग मताधिकार है, जिहड़े बालग ने वो खुद जाके ने जिहड़े वोट पा के MPs की सिलेक्शन करते हैं। और इन्हां दा कार्यकाल है जिहड़ा 5 साल लई हुंदा है। इत्थे मैं भी दसदा बेटा कुल तो 550 मैंबर ने जिहड़े हो सकते हैं लोक सभा दे विच, बट कई बारी थोड़ा मैंबरस ने जिहड़े 1-2-4 घट भी हो जाते हैं। जिवें कि वर्तमान मैंबर ने जिहड़े 545 ने अपने लोक सभा दे विच। 530 ने जिहड़े इन्हां चों वो राज्यां तो लए हुए ने, 13 ने जिहड़े UTs तो लए गए ने, यूनियन टैरेटरीज केंद्र शासित प्रदेशों तो, और 2 एंग्लो इंडियन लए हुए ने। सो कुल मिला के 545 मैंबर ने जिहड़े इस वक्त अपने कोल हैगे लोक सभा दे विच। और फिर गल करी जिहड़े स्पीकर दी। स्पीकर बेटा वो व्यक्ति हुंदा जिहड़ा कि इन्हां दे मैंबरस जिहड़े इन्हां दी मीटिंग्स हुंदियां ने जदों उन्हां दा हैड है जिहड़ा कि उन्हां मीटिंग्स नूं प्रोसीड करदा है। सो स्पीकर दी चोण जिहड़ी है मैंबर वो अपने विचों ही करदे ने। लोक सभा तो बाद आपां देखांगे राज सभा बारे। राज सभा उपरला सदन है। इसके कुल मैंबर हो सकते हैं 250। इन्हां 250 चों 238 ने जिहड़े विधान सभा के मैंबरों द्वारा चुने जाते हैं। एक इलैक्टोरल कॉलेज बनाया जाता है, एक पूरी ग्रुप बनाया जाता है जिहड़े कि वोटिंग के द्वारा ने जिहड़े मैंबर्स नूं चुनते हैं। और जिहड़े 12 रहंदे मैंबर ने वो राष्ट्रपति चुनता है। राष्ट्रपति किहड़े 12 मैंबर्स नूं चुनेगा? जिन्हां ने साइंस दे विच, विज्ञान दे विच, या कला दे विच, या फिर खेडां दे विच, या फिर किसी ऐसे एजुकेशन दे विच, स्पोर्ट्स दे विच कोई महारत हासिल की होवे, कोई अवार्ड प्राप्त किया गया होवे, ऐसे महारथियों नूं 12 नूं राष्ट्रपति द्वारा राज सभा का मैंबर घोषित किया जाता है। और यह एक स्थाई जिहड़ा सदन है। इट मीनस कि जिवें लोक सभा हर 5 साल की चोण होंदी है लोक सभा की, और जो 5 साल पूरे हो जाते हैं लोक सभा नूं भंग कर दिता जाता है और फिर फ्रैश नवीं चोणां करा के दोबारा लोक सभा के मैंबरस नूं चुनिया जाता है। बट राज सभा के केस में ऐसा नहीं है। राज सभा एक स्थाई मैंबर है। इसके हर मैंबर का कार्यकाल जो 6 साल का होंदा है, पर इक्को समय ते सारे मैंबरस नूं रिटायर नहीं किया जाता, बल्कि हर 2 साल बाद 1/3 मैंबर रिटायर होंदे ने ते उसकी जगह ते नवे चुन ले जाते हैं। इट मीनस ये कदे भी इकट्ठा डिजोल्व नहीं होंदा, इकट्ठा भंग नहीं होंदा। उस तो बाद आपां गल करांगे राज सभा के मैंबर बनने दी योग्यतावां दी। जिवें कि लोक सभा दे विच 25 साल तो वध उम्र वाला जिहड़ा व्यक्ति है वो इसका मैंबर बन सकता है, पर राज सभा दे विच मैंबर बनने के लिए व्यक्ति की उम्र घट्टो घट्ट 30 साल की होनी बहुत जरूरी है। इस तो इलावा बाकी जिहड़ी योग्यतावां ने वो सारियां लोक सभा वालियां ही ने, जिवें कि मैं तुहानूं दस ही चुकी हाँ कि भारत का नागरिक होवे, सरकारी किसी नौकरी ते ना लगा होवे। ठीक है जी बेटा, आ हुण अगे देखिए। ये तो गल रही लोक सभा ते राज सभा दी। हुण आपां
ਇਹ ਤੁਹਾਨੂੰ ਹੁਣ ਪਤਾ ਲੱਗ ਚੁੱਕਿਆ ਕਿ ਲੋਕ ਸਭਾ ਅਤੇ ਰਾਜ ਸਭਾ ਨੂੰ ਇਕੱਠਾ ਮਿਲਾ ਕੇ ਕੀ ਕਿਹਾ ਜਾਂਦਾ ਹੈ? ਸੰਸਦ। ਹਾਂਜੀ, ਸੰਸਦ ਮੀਨਸ ਪਾਰਲੀਮੈਂਟ। ਸੋ ਹੁਣ ਗੱਲ ਕਰਾਂਗੇ ਸੰਸਦ ਦੀਆਂ ਸ਼ਕਤੀਆਂ ਦੀ। ਇਸ ਦੀਆਂ ਸ਼ਕਤੀਆਂ ਬੇਟਾ ਨੂੰ ਵੱਖ-ਵੱਖ ਕੈਟੇਗਰੀਜ਼ ਵਿੱਚ ਰੱਖਿਆ ਗਿਆ। ਪਹਿਲੀਆਂ ਨੇ ਕਿ ਵਿਧਾਨਿਕ ਸ਼ਕਤੀਆਂ। ਵਿਧਾਨਿਕ ਸ਼ਕਤੀਆਂ ਜਿਹੜੀਆਂ ਹੁੰਦੀਆਂ ਨੇ ਉਹ ਕਾਨੂੰਨ ਬਣਾਉਣ ਦੇ ਨਾਲ ਰਿਲੇਟਿਡ ਹੁੰਦੀਆਂ ਨੇ। ਜਿੰਨੇ ਵੀ ਵਿਸ਼ਿਆਂ 'ਤੇ ਕਾਨੂੰਨ ਬਣਦੇ ਨੇ ਬੇਟਾ ਇਹਨਾਂ ਨੂੰ ਕੈਟੇਗਰਾਈਜ਼ ਕੀਤਾ ਗਿਆ। 3 ਤਰ੍ਹਾਂ ਦੀ ਸੂਚੀਆਂ ਬਣਾਈ ਜਾਂਦੀਆਂ ਨੇ, ਰਾਜ ਸੂਚੀ, ਸੰਘ ਸੂਚੀ ਅਤੇ ਸਮਵਰਤੀ ਸੂਚੀ। ਜਿਹੜੀ ਰਾਜ ਸੂਚੀ ਉੱਪਰ ਦੇ ਵਿੱਚ ਵਿਸ਼ੇ ਇਨਕਲੂਡਡ ਹੁੰਦੇ ਨੇ ਉਹਨਾਂ ਉੱਪਰ ਰਾਜ ਸਰਕਾਰ ਜਿਹੜੀ ਹੈ ਉਹ ਬਣਾਉਂਦੀ ਹੈ, ਕਾਨੂੰਨ ਬਣਾਉਂਦੀ ਹੈ। ਔਰ ਜਿਹੜੇ ਸੰਘ ਅਤੇ ਸਮਵਰਤੀ ਸੂਚੀ ਦੇ ਅੰਦਰ ਵਿਸ਼ੇ ਹੁੰਦੇ ਨੇ ਉਹਨਾਂ ਉੱਪਰ ਕੇਂਦਰੀ ਸਰਕਾਰ ਕਾਨੂੰਨ ਬਣਾਉਂਦੀ ਹੈ। ਇਨ ਸ਼ਾਰਟ ਕਿ ਸੰਸਦ ਹੀ ਕਾਨੂੰਨ ਬਣਾਉਂਦੀ ਹੈ। ਸੋ ਸੰਘ ਅਤੇ ਸਮਵਰਤੀ ਸੂਚੀ ਦੇ ਵਿੱਚ ਜਿਹੜੇ ਵਿਸ਼ੇ ਅੰਕਿਤ ਹੈਗੇ ਨੇ ਉਹਨਾਂ 'ਤੇ ਕਾਨੂੰਨ ਬਣਾਉਣ ਦਾ ਕੰਮ ਸੰਸਦ ਦਾ ਹੈ। ਪਰ ਜੇ ਕਿਤੇ ਕੋਈ ਐਮਰਜੈਂਸੀ ਆ ਜਾਏ ਜਾਂ ਕੋਈ ਲੜਾਈ ਝਗੜੇ ਦੀ ਸਿਚੁਏਸ਼ਨ ਕ੍ਰੀਏਟ ਹੋ ਜਾਏ ਤਾਂ ਫਿਰ ਲੋੜ ਪੈਣ 'ਤੇ ਰਾਜ ਸੂਚੀ ਦੇ ਕਿਸੇ ਵਿਸ਼ੇ ਨੂੰ ਚੱਕ ਕੇ ਵੀ ਸੰਸਦ ਜਿਹੜੀ ਹੈ ਉਸ ਦੇ ਉੱਪਰ ਕਾਨੂੰਨ ਬਣਾ ਸਕਦੀ ਹੈ। ਇਸ ਤੋਂ ਇਲਾਵਾ ਕੋਈ ਵੀ ਨਵਾਂ ਕਾਨੂੰਨ ਬਣਾਉਣਾ ਜਾਂ ਪੁਰਾਣੇ ਵਿੱਚ ਕੋਈ ਸੰਸ਼ੋਧਨ ਕਰਨੀ ਹੋਵੇ ਜਾਂ ਕੋਈ ਪੁਰਾਣਾ ਜਿਹੜਾ ਹੈ ਸਮਾਪਤ ਕਰਨਾ ਹੋਵੇ, ਖਤਮ ਕਰਨਾ ਹੋਵੇ ਕਾਨੂੰਨ, ਉਹ ਸਾਰੀ ਸ਼ਕਤੀਆਂ ਸਿਰਫ ਔਰ ਸਿਰਫ ਸੰਸਦ ਦੇ ਹੱਥ ਵਿੱਚ ਹੀ ਨੇ। ਨੈਕਸਟ ਇਜ਼ ਕਾਰਜਪਾਲਿਕਾ ਸ਼ਕਤੀਆਂ। ਕਾਰਜਪਾਲਿਕਾ ਦੇ ਅੰਦਰ ਆਪਾਂ ਗੱਲ ਕੀਤੀ ਸੀ ਮੰਤਰੀ ਪਰਿਸ਼ਦ ਔਰ ਰਾਸ਼ਟਰਪਤੀ ਔਰ ਪ੍ਰਧਾਨ ਮੰਤਰੀ ਸਭ ਆਉਂਦੇ ਨੇ, ਜਿਹੜੇ ਕਿ ਜਿਹਨਾਂ ਨੂੰ ਐਗਜ਼ੀਕਿਊਟਿਵ ਵੀ ਕਹਿੰਦੇ ਨੇ ਆਪਾਂ, ਜਿਹੜੇ ਕਿ ਪ੍ਰਸ਼ਾਸਨ ਚਲਾਉਂਦੇ ਨੇ ਆਪਣੇ ਦੇਸ਼ ਦਾ। ਔਰ ਇਹਨਾਂ ਨਾਲ ਰਿਲੇਟਿਡ ਸ਼ਕਤੀਆਂ ਦੀ ਜੇ ਗੱਲ ਕਰੀਏ ਤਾਂ ਜਿਹੜਾ ਮੰਤਰੀ ਪਰਿਸ਼ਦ ਦਾ ਸੰਗਠਨ ਹੁੰਦਾ ਹੈ ਨਾ, ਉਹਦੇ ਅੰਦਰ ਹਰ ਮੈਂਬਰ ਜਿਹੜਾ ਹੈ ਉਹ ਸੰਸਦ ਦਾ ਮੈਂਬਰ ਹੋਣਾ ਲਾਜ਼ਮੀ ਹੈ। ਅਗਰ ਕੋਈ ਐਸੇ ਮੈਂਬਰ ਨੂੰ ਮੰਤਰੀ ਪਰਿਸ਼ਦ ਦਾ ਮੈਂਬਰ ਬਣਾ ਦਿੱਤਾ ਜਾਂਦਾ ਹੈ ਜਿਹੜਾ ਸੰਸਦ ਦਾ ਮੈਂਬਰ ਨਾ ਹੋਵੇ ਤਾਂ ਉਸਨੂੰ 6 ਮਹੀਨੇ ਦੀ ਮੁਹੱਲਤ ਦਿੱਤੀ ਜਾਂਦੀ ਹੈ ਕਿ ਉਸ ਦੇ ਅੰਦਰ ਉਸਨੂੰ ਮੈਜੋਰਿਟੀ ਹਾਸਿਲ ਕਰਕੇ ਆਪਣਾ ਜਿਹੜਾ ਹੈ ਉਸ ਦੇ ਅੰਦਰ ਸੀਟ ਲੈਣੀ ਪੈਂਦੀ ਹੈ ਲੋਕ ਸਭਾ ਜਾਂ ਰਾਜ ਸਭਾ ਦੇ ਅੰਦਰ, ਨਹੀਂ ਤਾਂ ਉਹ ਨਹੀਂ ਰਹਿ ਸਕਦਾ ਮੰਤਰੀ ਪਰਿਸ਼ਦ ਦਾ ਮੈਂਬਰ। ਇਸ ਤੋਂ ਇਲਾਵਾ ਲੋਕ ਸਭਾ ਦੇ ਜਦੋਂ ਲੋਕ ਸਭਾ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਉਸ ਇਲੈਕਸ਼ਨਸ ਦਾ ਜਦੋਂ ਰਿਜ਼ਲਟ ਆਉਂਦਾ ਤਾਂ ਜਿਹੜਾ ਬਹੁਮਤ ਦਲ ਦਾ ਨੇਤਾ ਹੁੰਦਾ, ਬਹੁਮਤ ਦਲ ਮੀਨਸ ਜਿਹੜਾ ਦਲ ਜਿੱਤਿਆ ਹੈ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਆਪਣੇ ਸ਼੍ਰੀ ਨਰਿੰਦਰ ਮੋਦੀ ਉਹ ਕਿਸ ਦਲ ਨਾਲ ਰਿਲੇਟਿਡ ਨੇ? BJP ਨਾਲ, ਭਾਰਤੀ ਜਨਤਾ ਪਾਰਟੀ ਦੇ ਨਾਲ। ਇਟ ਮੀਨਸ ਕਿ ਜਦੋਂ ਰੀਸੈਂਟ ਲੋਕ ਸਭਾ ਦੀ ਇਲੈਕਸ਼ਨਸ ਹੋਈਆਂ ਸੀ ਉਸ ਟਾਈਮ BJP ਨੂੰ ਮੈਕਸੀਮਮ ਵੋਟਸ ਪਈਆਂ ਔਰ ਉਹਨਾਂ ਨੇ BJP ਨੇ ਆਪਣੇ ਕਿਸ ਨੇਤਾ ਨੂੰ ਪੇਸ਼ ਕੀਤਾ? ਸ਼੍ਰੀ ਨਰਿੰਦਰ ਮੋਦੀ ਨੂੰ। ਤਾਂ ਬਹੁਮਤ ਦਲ ਦੇ ਨੇਤਾ ਨੂੰ ਜਿਹੜਾ ਹੈ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਦੇ ਪਦ 'ਤੇ ਨਿਯੁਕਤ ਕੀਤਾ ਜਾਂਦਾ ਹੈ। ਰਾਸ਼ਟਰਪਤੀ ਸਹੁੰ ਚੁਕਾਉਂਦਾ ਹੈ ਪ੍ਰਧਾਨ ਮੰਤਰੀ ਨੂੰ। ਇੱਥੇ ਮੈਂ ਇਹ ਦੱਸ ਦੇਵਾਂ ਕਿ ਰਾਸ਼ਟਰਪਤੀ ਆਪਣੀ ਮਰਜ਼ੀ ਦੇ ਨਾਲ ਕਿਸੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਨਹੀਂ ਕਰ ਸਕਦਾ, ਸਿਰਫ ਉਹ ਉਸਨੂੰ ਉਸਦੀ ਸੀਟ 'ਤੇ ਪਦ ਦੇ ਉੱਪਰ ਨਿਯੁਕਤ ਕਰਦਾ ਹੈ, ਉਹ ਫਾਰਮੈਲਿਟੀਜ਼ ਪੂਰੀਆਂ ਕਰਦਾ ਹੈ। ਅਦਰਵਾਈਜ਼ ਜਿਹੜਾ ਬਹੁਮਤ ਦਲ ਦਾ ਨੇਤਾ ਹੈ ਉਸੀ ਨੂੰ ਹੀ ਜਿਹੜਾ ਹੈ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਜਿਹੜਾ ਹੈ, ਮੰਤਰੀ ਮੰਡਲ ਦੇ ਸਾਰੇ ਜਿਹੜੇ ਮੰਤਰੀ ਹੈਗੇ ਨੇ ਉਹ ਲੋਕ ਸਭਾ ਦੇ ਪ੍ਰਤੀ ਉੱਤਰਦਾਈ ਹੁੰਦੇ ਨੇ। ਇਟ ਮੀਨਸ ਜੇ ਮੰਤਰੀ ਪਰਿਸ਼ਦ, ਮੰਤਰੀ ਮੰਡਲ ਕੋਈ ਗਲਤ ਫੈਸਲਾ ਲੈਂਦਾ ਹੈ ਤਾਂ ਲੋਕ ਸਭਾ ਦੇ ਵਿੱਚ ਉਸਨੂੰ ਕੁਐਸਚਨ ਕੀਤਾ ਜਾ ਸਕਦਾ ਹੈ ਐਂਡ ਹੀ ਇਜ਼ ਆਨਸਰੇਬਲ ਟੂ ਦ ਮੈਂਬਰਸ ਆਫ ਲੋਕ ਸਭਾ, ਉਸਨੂੰ ਉਸਦਾ ਜਵਾਬ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਅਗਰ ਲੱਗੇ ਕਿ ਕੋਈ ਮੰਤਰੀ ਜਾਂ ਮੰਤਰੀ ਪਰਿਸ਼ਦ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਮੰਤਰੀ ਮੰਡਲ ਦਾ ਕਾਰਜਕ੍ਰਮ ਜਿਹੜਾ ਹੈ ਉਹ ਠੀਕ ਨਹੀਂ ਚੱਲ ਰਿਹਾ, ਤਾਂ ਲੋਕ ਸਭਾ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਤਿਆਗ ਪੱਤਰ ਦੀ ਮੰਗ ਕਰ ਸਕਦੀ ਹੈ, ਜਿਸ ਵਜ੍ਹਾ ਦੇ ਨਾਲ ਲੋਕ ਸਭਾ ਦੇ ਦੁਆਰਾ ਉਸ ਤੋਂ ਤਿਆਗ ਪੱਤਰ ਮੰਗ ਕੇ ਉਸ ਤੋਂ ਰੈਜ਼ਿਗਨੇਸ਼ਨ ਜਾਂ ਤਿਆਗ ਪੱਤਰ ਲੈ ਸਕਦੀ ਹੈ। ਅਗਲੀ ਸ਼ਕਤੀਆਂ ਨੇ ਬੇਟਾ ਵਿੱਤੀ ਸ਼ਕਤੀਆਂ। ਵਿੱਤੀ ਸ਼ਕਤੀਆਂ ਫਾਈਨੈਂਸ਼ੀਅਲ ਸ਼ਕਤੀਆਂ ਹੁੰਦੀਆਂ ਨੇ ਜਿਹੜੀਆਂ ਪੈਸਿਆਂ ਨਾਲ ਰਿਲੇਟਿਡ ਹੁੰਦੀਆਂ ਨੇ। ਮੋਨੀਟਰੀ ਸ਼ਕਤੀਆਂ, ਜਿਹੜਾ ਵੀ ਕੇਂਦਰ ਦਾ ਬਜਟ ਹੁੰਦਾ ਹੈ ਉਸ ਦੇ ਸਾਰੇ ਬਜਟ 'ਤੇ ਨਿਯੰਤਰਣ ਜਿਹੜਾ ਹੈ ਉਹ ਸੰਸਦ ਦਾ ਹੀ ਹੁੰਦਾ ਹੈ। ਨਵੇਂ ਕਰ ਲਗਾਉਣਾ ਜਾਂ ਪੁਰਾਣੇ ਕਰਾਂ ਵਿੱਚ ਕੋਈ ਸੋਧ ਕਰਨੀ ਜਾਂ ਫਿਰ ਕੋਈ ਪੁਰਾਣੇ ਕਰ ਖਤਮ ਕਰਨੇ, ਇਹ ਸਭ ਜਿਹੜੇ ਰਾਈਟਸ ਹੈਗੇ ਨੇ ਇਹ ਵੀ ਸਿਰਫ ਔਰ ਸਿਰਫ ਸੰਸਦ ਤੋਂ ਹੀ ਪ੍ਰਾਪਤ ਨੇ। ਅੱਗੇ ਗੱਲ ਕਰਾਂਗੇ ਨਿਆਇਕ ਸ਼ਕਤੀਆਂ ਦੀ। ਨਿਆਇਕ ਸ਼ਕਤੀਆਂ ਦੇ ਵਿੱਚ ਆ ਜਾਂਦੀਆਂ ਨੇ ਬੇਟਾ ਜਿਹੜੀਆਂ ਨਿਆਂ ਦੇ ਨਾਲ ਰਿਲੇਟਿਡ ਸ਼ਕਤੀਆਂ ਨੇ, ਜਿਵੇਂ ਕਿ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਖਿਲਾਫ ਵੀ ਅਗਰ ਕੋਈ
लगे कि उसने कोई आचरण ऐसा मतलब ऐसा गलत काम किया है जिहड़ा कि देश के खिलाफ जा रहा है, देश के हित के खिलाफ जा रहा है, तो राष्ट्रपति के खिलाफ या उप राष्ट्रपति के खिलाफ महादोष का मुकदमा जिहड़ा है वो संसद के द्वारा दाखिल किया जा सकता है। अगर वो मुकदमा सिद्ध हो जाता है, मेजोरिटी बोल देती है कि हाँ ये दोष सिद्ध हो गया है, तो राष्ट्रपति ਜਾਂ उप राष्ट्रपति ਨੂੰ ਅਸਤੀਫਾ देना पै सकता है। इस तो इलावा सुप्रीम कोर्ट ਤੇ हाई कोर्ट के जजां ਨੂੰ भी जे रिमूव करना होवे तो वह भी इसी प्रोसीजर के द्वारा संसद जिहड़ा है रिमूव कर सकती है। इस तो इलावा जे कोई किसी संसदीय मैंबर ने कोई इस तरह का कदम चुके है जिहड़ा देश के हित के खिलाफ है, या संसद की कोई ऐसी कोई संसद के खिलाफ ऐसी कोई गल की है जिहड़ी कि उस हित विच नहीं है, तो उस मैंबर नूं दंड भी जिहड़ा है उस संसद के द्वारा दिता जा सकता है। सो ये सन बेटा संसद दी शक्तियां। हुण आपां गल करांगे कानून बनाउण दी विधि। ये सब तो जिहड़ा इंपॉर्टेंट जिहड़ी पावर है संसद की वो है कानून बनाना। मैं दस ही चुकी हाँ, ठीक है ना। विधानिक शक्ति की जिहड़ी है वो संसद की वो है कानून बनाने की शक्ति। और कानून बनाना कोई छोटी मोटी या कोई आम गल नहीं है, ये बहुत मेजर डिसीजन होता है। सो इट मीनस कि इस कानून बनाने लई एक प्रॉपर प्रोसीजर या विधि नूं फॉलो किया जाता होगा जिसदे नाल कि कानून बनता होएगा, क्योंकि वो कानून पूरे देश के लागू होता है। सो बेटे कानून बनाने की विधि की गल करांगे। कानून बनाने की विधि दो तरीक़िਆਂ नाल समझावांगी बेटा मैं, क्योंकि दो बिल अलग अलग तरह के होंगे ने। पहले दस दवां बिल की होंदा है। बिल होंदा प्रपोजल। जदों कोई भी कानून बनना है तो जदों वो कानून तो उदों बनेगा ना जदों वो बिल्कुल पास हो गया, ठीक है भी वो ठीक हो गया, भी सबनों लग्या संसद नूं भी हाँ ये पास हो गया, तो राष्ट्रपति साइन हो गया तो कानून बन गया। कानून बनने तो पहले जदों प्रपोजल लेके जाया जाता है, इट मीनस कि जदों अपनी गल रखी जाती है कि हाँ डिस्कस करने एक पॉइंट लेके जाया जाता है संसद के कि हाँ ये कानून बनना चाहिए, उस प्रपोजल नूं कहंदे ने बिल, ठीक है जी। सो यह बिल दो तरह के हो सकते हैं, मतलब दो तरह के कानून बनाए जा सकते हैं, एक ने साधारण तो दूसरे ने वित्ती। सो जदों किसी साधारण कानून की गल करनी हो जिहड़ी कि पैसे नाल रिलेटिड ना होवे, उन्हां नूं आपां साधारण बिल कह दिंदे आ। जे वो कानून पैसे नाल रिलेटिड है, किसी कर नाल रिलेटिड है या बजट नाल रिलेटिड है, तो उसनूं आपां कह दिंदे आ वित्ती बिल, मॉनिटरी बिल, ठीक है बेटे। सो कानून बनने तो पहले तक दा जिहड़ा प्रपोजल हुंदा वो बिल कहलाउंदा है। सो इन्हां दी विधियां बारे देखिए। सब तो पहले गल करांगे साधारण बिल दी। जिहड़ा साधारण बिल है, मतलब जिहड़ा पैसे नाल रिलेटेड ना होवे, वो किसी भी सदन च पहले पेश किया जा सकता है। शॉर्ट विच दसदा कि किसी भी बिल नूं कानून बनन दे विच बहुत सारे पड़ाव हुंदे ने, और इन्हां पड़ावां दे विच उसनूं दोनों सदनां तो लंघना पैंदा है, ठीक है। दोनों सदनां चों पास होने तो बाद ही कोई भी बिल जिहड़ा कानून बनता है। सो जिहड़ा साधारण बिल है उसनूं पहले कोई लैके आएगा, कोई भी मैंबर पेश करेगा ना कि बहस करने के लिए कि हाँ यह कानून बनना चाहिए। सो जिहड़ा भी व्यक्ति पेश करेगा, ये प्रपोजल लैके आएगा साधारण बिल का, वो उसनूं किसी भी सदन च पेश कर सकता है, लोक सभा विच भी अते राज सभा दे विच भी। सो जिस भी सदन चों पहले चला गया तो पहला पड़ाव उसनूं पार करना पेगा, वो होएगी पेशगी, कि उस बिल नूं सदन च पेश किया जाएगा, तो उसनूं पढ़ के रीड करके सुनाएगा कि भी इस विच ये लिखा होया है। इस पड़ाव ते बहस नहीं होएगी। दूसरा पड़ाव आएगा बहस का, कि अपने सारे अपने व्यूज़ अपने विचार जिहड़े ने उस बिल बारे देणगे। तो बहस होने तो बाद तीजे पड़ाव विच होएगा मतदान। मतदान होएगा कि मेजोरिटी पर देखांगे उस बिल नाल एग्री करदी है कि नहीं करती। जे तां बहुमत मिल गया फिर तां उसनूं दूसरे सदन च भेज दिता जाएगा। वही तीनों जिहड़े पहले पहला दूजा तीजा पड़ाव किया वो सारे पड़ाव दूजे सदन च फिर दोबारा रिपीट होणगे। पर जे बहुमत नहीं मिलिया तो उत्थे ही कैंसल हो जाएगा। पर जिसनूं बहुमत मिल गया तो दूजे सदन च जाएगा, दूजे सदन च भी उसनूं सेम उही तीनों पड़ाव पार करने पैणगे। और जे इत्थों भी वो पास हो जाता है तो हो जाएगा एंड विच राष्ट्रपति कोल। राष्ट्रपति अपने सिग्नेचर्स करके उसनूं पास कर देगा और इस तरह जिहड़ा बिल है वो कानून बन जाएगा। इत्थे मैं ये भी दसदा कि राष्ट्रपति कोल जे दोनों सदनां तो पास हो चुका है बिल, तो उस बिल नूं कानून बनाउण तो रोकण दी शक्ति प्राप्त नहीं है। वो कुछ दिनां दे कुछ सिफारिश दे सकता है या कुछ दिनां दे लई अपने कोल रख सकता है 14 दिनां दे लई, बट उसनूं कैंसल नहीं कर सकता। सो राष्ट्रपति नूं
ਸਾਈਨ ਜਿਹੜੇ ਹੈਗੇ ਨੇ ਉਹ ਉਸ ਬਿੱਲ ਤੇ ਕਰਨੇ ਹੀ ਪੈਂਦੇ ਨੇ। ਸੋ ਇਹ ਸੀ ਵੀ ਬੇਟੇ ਸਧਾਰਨ ਬਿੱਲ ਦੀ। ਅੱਗੇ ਆਪਾਂ ਗੱਲ ਕਰਾਂਗੇ ਵਿੱਤੀ ਬਿੱਲ ਦੀ। ਵਿੱਤੀ ਬਿੱਲ ਜਿਹੜਾ ਹੈ ਉਹਦੇ ਜਿਹੜੇ ਪ੍ਰੋਸੀਜਰ ਹੈ ਲਗਭਗ ਸੇਮ ਹੀ ਹੈ, ਬਸ ਸਿਰਫ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਵਿੱਤੀ ਬਿੱਲ ਨੂੰ ਸਭ ਤੋਂ ਪਹਿਲੇ ਜਦੋਂ ਪੇਸ਼ ਕਰਨਾ ਹੁੰਦਾ ਉਸ ਨੂੰ ਆਪਾਂ ਰਾਜ ਸਭਾ ਦੇ ਵਿੱਚ ਪੇਸ਼ ਨਹੀਂ ਕਰ ਸਕਦੇ। ਵਿੱਤੀ ਬਿੱਲ ਨੂੰ ਸਿਰਫ ਅਤੇ ਸਿਰਫ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ। ਸੋ ਸਭ ਤੋਂ ਪਹਿਲੇ ਲੋਕ ਸਭਾ ਦੇ ਵਿੱਚ ਵਿੱਤੀ ਬਿੱਲ ਜਾਏਗਾ, ਉਹ ਸਧਾਰਨ ਬਿੱਲ ਵਾਲੇ ਸਾਰੇ ਪੜਾਅ ਪੇਸ਼ਗੀ, ਉਸ ਤੋਂ ਬਾਅਦ ਬਹਿਸ, ਉਸ ਤੋਂ ਬਾਅਦ ਮਤਦਾਨ, ਇਹਨਾਂ ਵਿੱਚੋਂ ਲੱਗੇਗਾ। ਔਰ ਜੇ ਉਹ ਪਾਸ ਹੋ ਜਾਂਦਾ, ਉਸ ਨੂੰ ਬਹੁਮਤ ਮਿਲ ਜਾਂਦੀ ਹੈ, ਤਾਂ ਫਿਰ ਉਸ ਨੂੰ ਰਾਜ ਸਭਾ ਕੋਲ ਭੇਜ ਦਿੱਤਾ ਜਾਏਗਾ। ਰਾਜ ਸਭਾ ਦੇ ਵਿੱਚ ਉਸ 'ਤੇ ਬਹਿਸ ਹੋਏਗੀ, ਪਰ ਰਾਜ ਸਭਾ ਜੇ ਉਹ ਲੋਕ ਸਭਾ 'ਚੋਂ ਪਾਸ ਹੋ ਚੁੱਕਾ ਹੈ ਬਿੱਲ ਤਾਂ ਰਾਜ ਸਭਾ ਉਸ ਨੂੰ ਕੈਂਸਲ ਨਹੀਂ ਕਰ ਸਕਦੀ। ਹਾਂ, ਸਿਰਫ ਸਿਫਾਰਿਸ਼ ਜ਼ਰੂਰ ਦੇ ਸਕਦੀ ਹੈ ਕਿ ਉਸ ਵਿੱਚ ਕੋਈ ਇੰਪਰੂਵਮੈਂਟਸ ਜਾਂ ਕੁਛ ਉਸ ਨੂੰ ਲੱਗਦਾ ਕੋਈ ਕਮੀ ਹੈ ਜਾਂ ਕੁਛ ਹੋਰ ਐਡ ਕਰਨਾ ਚਾਹੀਦਾ ਹੈ, ਉਹ ਸਿਫਾਰਿਸ਼ ਲਿਖ ਕੇ ਵਾਪਸ ਲੋਕ ਸਭਾ 'ਚ ਭੇਜ ਸਕਦੀ ਹੈ। ਉਹ ਲੋਕ ਸਭਾ ਦੀ ਮਰਜ਼ੀ ਹੈ ਕਿ ਉਹ ਉਹਨਾਂ ਸਿਫਾਰਿਸ਼ਾਂ ਨੂੰ ਮੰਨੇ ਜਾਂ ਨਾ ਮੰਨੇ, ਪਰ ਰਾਜ ਸਭਾ ਉਸ ਬਿੱਲ ਨੂੰ ਕੈਂਸਲ ਨਹੀਂ ਕਰ ਸਕਦੀ। ਜਦੋਂ ਇਹ ਦੋਨੋਂ ਪ੍ਰੋਸੀਜਰ ਖਤਮ ਹੋ ਜਾਂਦੇ ਨੇ ਤਾਂ ਐਂਡ ਵਿੱਚ ਫਿਰ ਇਸ ਨੂੰ ਉਸੇ ਤਰ੍ਹਾਂ ਨਾਲ ਰਾਸ਼ਟਰਪਤੀ ਕੋਲ ਭੇਜ ਦਿੱਤਾ ਜਾਂਦਾ ਹੈ ਔਰ ਰਾਸ਼ਟਰਪਤੀ ਆਪਣੀ ਮਨਜ਼ੂਰੀ ਦੇ ਕੇ ਸਾਈਨ ਕਰਕੇ ਜਿਹੜਾ ਹੈ ਇਸ ਬਿੱਲ ਨੂੰ ਕਾਨੂੰਨ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਔਰ ਫਿਰ ਇਹ ਜਿਹੜਾ ਕਾਨੂੰਨ ਹੈ ਪੂਰੇ ਦੇਸ਼ ਦੇ ਉੱਪਰ ਇੰਪਲੀਮੈਂਟ ਹੋ ਜਾਂਦਾ ਹੈ। ਸੋ ਇਹ ਸੀ ਬੇਟੇ ਕਾਨੂੰਨ ਬਣਾਉਣ ਦੀ ਵਿਧੀ। ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਬੱਚੇ, ਇਸ ਪਾਠ ਦਾ ਜਿਹੜਾ ਰਹਿੰਦਾ ਭਾਗ ਹੈ ਉਹ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ। ਸੋ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਤੁਸੀਂ ਸਾਰੀ ਵੀਡੀਓਜ਼ ਦਾ ਵੱਧ ਤੋਂ ਵੱਧ ਲਾਭ ਉਠਾ ਸਕੋ। ਥੈਂਕਸ ਫॉर ਵਾਚਿੰਗ।